ओंटारियो ਵੱਲੋਂ ਅਗਸਤ 21 ਨੂੰ ਆਪਣੇ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਹੈਲਥ, ਐਗਰੀਕਲਚਰ ਅਤੇ ਮੈਨੂਫੈਕਚਰਿੰਗ ਦੇ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ओंटारियो ਵੱਲੋਂ ਜੋ ਤਾਜ਼ਾ ਪੀਐਨਪੀ ਡਰਾਅ ਕੱਢਿਆ ਗਿਆ, ਇਸ ਦੇ ਤਹਿਤ 48 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ओंटारियो ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਵੱਲੋਂ ਆਪਣੇ ਨਵੇਂ ਇਨਟੇਕ ਸਿਸਟਮ ਦੇ ਤਹਿਤ ਇਨ ਡਿਮਾਂਡ ਸਕਿੱਲਸ ਦਾ ਦੂਸਰਾ ਡਰਾਅ ਕੱਢਿਆ ਗਿਆ। ਇਸ ਡਰਾਅ ਦੇ ਵਿੱਚ ਜਿਹੜੇ ਉਮੀਦਵਾਰਾਂ ਨੂੰ ਸੱਦੇ ਜਾਰੀ ਹੋਏ ਨੇ, ਇਹਨਾਂ ਉਮੀਦਵਾਰਾਂ ਦੇ ਵਾਸਤੇ ਕੋਈ ਵੀ ਸਕੋਰ ਰਿਕੁਆਇਰਮੈਂਟ ਨਹੀਂ ਸੀ। ਇਹਨਾਂ ਉਮੀਦਵਾਰਾਂ ਦੇ ਵਾਸਤੇ ਇਨ ਡਿਮਾਂਡ ਸਕਿੱਲਸ ਸਟਰੀਮ ਦੇ ਵਾਸਤੇ ਐਲੀਜੀਬਲ ਹੋਣਾ ਜ਼ਰੂਰੀ ਸੀ ਤੇ ਨਾਲ ਹੀ ਉਹਨਾਂ ਦੇ ਕੋਲ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਕੋਡ ਦੇ ਅਧੀਨ ਕਿਸੇ ਇੱਕ ਕੰਮ ਦਾ ਤਜਰਬਾ ਹੋਣਾ ਲਾਜ਼ਮੀ ਸੀ। ਜਿਹੜੇ ਆਕੂਪੇਸ਼ਨ ਦਾ ਤਜਰਬਾ ਹੋਣਾ ਇਹਨਾਂ ਉਮੀਦਵਾਰਾਂ ਵਾਸਤੇ ਜ਼ਰੂਰੀ ਸੀ। ਇਹਨਾਂ ਕਾਰੋਬਾਰਾਂ ਦੇ ਨਾਮ ਕੁਝ ਇਸ ਪ੍ਰਕਾਰ ਹਨ: ਨਰਸ ਏਡਸ, ਆਰਡਰਲਾਈਨਸ ਐਂਡ ਪੇਸ਼ੈਂਟ ਸਰਵਿਸ ਐਸੋਸੀਏਟਸ, home sport workers and related occupations, general farm workers, nursery and greenhouse workers, harvesting laborers, industrial butchers and meat cutters, poultry preparers and related workers. ਇਸ ਤੋਂ ਬਾਅਦ ਮੈਨੂਫੈਕਚਰਿੰਗ ਦੇ ਅਧੀਨ ਮਸ਼ੀਨ ਆਪਰੇਟਰਸ, ਮਿਨਰਲਸ ਐਂਡ ਮੈਟਲ ਪ੍ਰੋਸੈਸਿੰਗ, ਮੈਟਲ ਵਰਕਿੰਗ ਐਂਡ ਫੋਰਜਿੰਗ ਮਸ਼ੀਨ ਆਪਰੇਟਰਸ, ਮਸ਼ੀਨਿੰਗ ਟੂਲ ਆਪਰੇਟਰਸ, metal products machine operators, chemical plant machine operators, plastics processing machine operators, woodworking machine operators, industrial sewing machine operators, process control and machine operators, food, beverage and associated product processing, electronics assemblers, fabricators, inspectors and testers, mechanical assemblers and inspectors, industrial painters, coaters and metal finishing process operators, other product assemblers, finishers and inspectors। ਜੀ ਹਾਂ, ਜਿਹੜੇ ਵੀ ਉਮੀਦਵਾਰਾਂ ਨੂੰ ਇਸ ਡਰਾਅ ਦੇ ਵਿੱਚ ਸੱਦੇ ਹਾਸਿਲ ਹੋਏ ਨੇ, ਉਹਨਾਂ ਦੇ ਕੋਲ ਇਹਨਾਂ ਦੇ ਵਿੱਚੋਂ ਕਿਸੇ ਇੱਕ ਕੰਮ ਦਾ ਤਜਰਬਾ ਹੋਣਾ ਜ਼ਰੂਰੀ ਸੀ। ਲੈਂਗਲੀ ਸਿਟੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬਾਲਕਨੀ ਦੇ ਵਿੱਚੋਂ ਇੱਕ ਵਿਅਕਤੀ ਡਿੱਗ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ। ਜਾਣਕਾਰੀ ਦੇ ਮੁਤਾਬਕ ਪੁਲਿਸ ਨੂੰ ਇਸ ਘਟਨਾ ਸੰਬੰਧੀ 10:30 ਦੇ ਉੱਪਰ ਜਾਣਕਾਰੀ ਮਿਲੀ। ਇਸ ਘਟਨਾ ਦੇ ਬਾਰੇ ਨੇੜੇ ਰਹਿਣ ਵਾਲੇ ਵਿਅਕਤੀ ਵੱਲੋਂ ਜਾਣਕਾਰੀ ਦਿੱਤੀ ਗਈ, ਜਿਸ ਦੇ ਵਿੱਚ ਉਸਨੇ ਦੱਸਿਆ ਕਿ ਉਸ ਵੱਲੋਂ ਕਿਸੇ ਦੇ ਚੀਕਣ ਦੀ ਆਵਾਜ਼ ਸੁਣੀ ਗਈ। ਇਸ ਵਿਟਨੈਸ ਨੂੰ ਪਹਿਲਾਂ ਲੱਗਿਆ ਕਿ ਕਿਸੇ ਦੇ ਵਿੱਚ ਝਗੜਾ ਹੋ ਰਿਹਾ, ਪਰ ਅਚਾਨਕ ਉਸਨੇ ਇੱਕ ਔਰਤ ਦੀ ਆਵਾਜ਼ ਸੁਣੀ ਜਿਸ ਦੇ ਵਿੱਚ ਉਹ ਮਦਦ ਦੀ ਗੁਹਾਰ ਲਗਾ ਰਹੀ ਸੀ। ਇਸ ਔਰਤ ਵੱਲੋਂ ਮਦਦ ਦੀ ਵਾਸਤੇ ਉੱਚੀ-ਉੱਚੀ ਰੌਲਾ ਪਾਇਆ ਜਾ ਰਿਹਾ ਸੀ। ਫਿਰ ਇਸ ਵਿਟਨੈਸ ਨੂੰ ਇਵੇਂ ਲੱਗਿਆ ਕਿ ਕਿਸੇ ਵੱਲੋਂ ਫਾਇਰ ਅਲਾਰਮ ਨੂੰ ਪੁੱਲ ਕੀਤਾ ਗਿਆ। ਉਸ ਤੋਂ ਬਾਅਦ ਘਟਨਾ ਵਾਲੀ ਥਾਂ ਦੇ ਉੱਪਰ ਐਂਬੂਲੈਂਸ, ਪੈਰਾਮੈਡਿਕਸ ਦੇ 2 ਵਾਹਨ, ਫਾਇਰ ਟਰੱਕ ਅਤੇ 2 ਪੁਲਿਸ ਯੂਨਿਟਸ ਨਜ਼ਰ ਆਏ। ਉਸਨੇ ਦੱਸਿਆ ਕਿ ਫਿਰ ਇੱਕ ਵਿਅਕਤੀ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਲੈ ਕੇ ਜਾਇਆ ਗਿਆ। ਬ੍ਰਿਟਿਸ਼ ਕੋਲੰਬੀਆ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਵੱਲੋਂ ਜੋ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ, ਉਹਨਾਂ ਦਾ ਕਹਿਣਾ ਹੈ ਕਿ ਜ਼ਖਮੀ ਹਾਲਤ ਦੇ ਵਿੱਚ ਇੱਕ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜੋ ਕਿ ਇਸ ਸਮੇਂ ਗੰਭੀਰ ਹਾਲਤ ਦੇ ਵਿੱਚ ਹੈ। ਲੋਅਰ ਟਾਊਨ ਸ਼ਹਿਰ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਸ਼ਹਿਰ ਤੋਂ ਅਜਿਹੀ ਹੋਮਿਸਾਈਡ ਦੀ 14ਵੀਂ ਘਟਨਾ ਸਾਹਮਣੇ ਆਈ ਹੈ, ਜਿਸ ਦੇ ਵਿੱਚ 2 ਵਿਅਕਤੀਆਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਲੋਅਰ ਟਾਊਨ ਦੀ ਇਸ ਗੋਲੀਬਾਰੀ ਦੀ ਘਟਨਾ ਸੰਬੰਧੀ ਓਟਵਾ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰਾ ਵਿਅਕਤੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ। ਇਹ ਗੋਲੀਬਾਰੀ ਦੀ ਘਟਨਾ ਮੰਗਲਵਾਰ ਰਾਤ ਦੀ ਦੱਸੀ ਗਈ ਹੈ, ਜੋ ਕਿ ਲੋਅਰ ਟਾਊਨ ਏਰੀਆ ਤੋਂ ਸਾਹਮਣੇ ਆਈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਰਾਤ ਨੂੰ 8:20 ਦੇ ਕਰੀਬ ਮੁਰਈ ਸਟਰੀਟ ਦੇ 300 ਬਲਾਕ ਤੋਂ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਸ ਦੌਰਾਨ ਉਹਨਾਂ ਨੂੰ 2 ਵਿਅਕਤੀ ਜ਼ਖਮੀ ਹਾਲਤ ਦੇ ਵਿੱਚ ਮਿਲੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਇੱਕ ਵਿਕਟਮ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ, ਜਿਸ ਤੋਂ ਬਾਅਦ ਉਸ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਅਤੇ ਦੂਸਰੇ ਪੀੜਤ ਦਾ ਹਸਪਤਾਲ ਦੇ ਵਿੱਚ ਅਜੇ ਇਲਾਜ ਚੱਲ ਰਿਹਾ ਹੈ। ਓਟਵਾ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ 6132361222 ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ 180022284777 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਸ਼ਹਿਰ ਤੋਂ ਅਜਿਹੀ ਹੋਮਿਸਾਈਡ ਦੀ 14ਵੀਂ ਘਟਨਾ ਸਾਹਮਣੇ ਆਈ ਹੈ, ਜਿਸ ਦੀ ਓਟਵਾ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਟੈਕ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ 51 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਡਰਾਅ ਅਗਸਤ 10 ਨੂੰ ਕੱਢਿਆ ਗਿਆ। ਦੱਸ ਦਈਏ ਕਿ ਉਮੀਦਵਾਰਾਂ ਨੂੰ ਸੱਦੇ ਬ੍ਰਿਟਿਸ਼ ਕੋਲੰਬੀਆ ਪੀਐਨਪੀ ਟੈਕ ਦੇ ਜ਼ਰੀਏ ਜਾਰੀ ਕੀਤੇ ਗਏ, ਜੋ ਕਿ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦਾ ਹੀ ਹਿੱਸਾ ਹੈ।
ਜਿਹੜੇ ਉਮੀਦਵਾਰਾਂ ਨੂੰ ਇਸ ਟੈਕ ਡਰਾਅ ਦੇ ਵਿੱਚ ਸੱਦੇ ਹਾਸਿਲ ਹੋਏ ਨੇ ਉਹਨਾਂ ਵਾਸਤੇ ਜ਼ਰੂਰੀ ਸੀ ਕਿ ਉਹ ਬ੍ਰਿਟਿਸ਼ ਕੋਲੰਬੀਆ ਦੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਅਤੇ ਸਕਿੱਲਸ ਇਮੀਗ੍ਰੇਸ਼ਨ ਕੈਟਾਗਰੀਜ਼ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਨ। ਇਸ ਬ੍ਰਿਟਿਸ਼ ਕੋਲੰਬੀਆ ਦੇ ਨਵੇਂ PNP ਡਰਾਅ ਦੇ ਵਿੱਚ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਬ ਕੈਟਾਗਰੀ ਦੇ ਅਧੀਨ ਇਨਵੀਟੇਸ਼ਨ ਦਿੱਤੇ ਗਏ ਨੇ ਤੇ ਇਸ ਦੇ ਵਿੱਚ ਉਮੀਦਵਾਰਾਂ ਦੇ ਕੋਲ ਘੱਟੋ-ਘੱਟ 80 ਪ੍ਰੋਵਿੰਸ਼ੀਅਲ ਸਕੋਰ ਹੋਣੇ ਜ਼ਰੂਰੀ ਸਨ। ਹੁਣ ਜਿਹੜੇ ਉਮੀਦਵਾਰਾਂ ਨੂੰ ਸੱਦੇ ਹਾਸਿਲ ਹੋਏ ਨੇ ਉਹਨਾਂ ਦੇ ਕੋਲ 30 ਦਿਨ ਦਾ ਸਮਾਂ ਹੋਵੇਗਾ ਕਿ ਉਹ ਆਪਣੀ ਨੋਮੀਨੇਸ਼ਨ ਦੇ ਵਾਸਤੇ ਅਪਲਾਈ ਕਰ ਸਕਣ। ਜਾਣਕਾਰੀ ਦੇ ਲਈ ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ PNP ਟੈਕ ਨੂੰ ਮਈ 2017 ਦੇ ਵਿੱਚ ਲਾਂਚ ਕੀਤਾ ਗਿਆ ਸੀ। ਹੁਣ ਤੱਕ ਇਸ ਸਾਲ ਦੇ ਵਿੱਚ ਜਿਨੇ ਵੀ ਬ੍ਰਿਟਿਸ਼ ਕੋਲੰਬੀਆ ਵੱਲੋਂ ਡਰਾਅ ਐਲਾਨ ਕੀਤੇ ਗਏ ਉਹਨਾਂ ਦੇ ਵਿੱਚ 7092 ਉਮੀਦਵਾਰਾਂ ਨੂੰ ਸੱਦੇ ਦਿੱਤੇ ਜਾ ਚੁੱਕੇ ਨੇ। ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।